ਗੁਰੀ ਜੀ ਸਾਨੂੰ ਦੱਸਿਓ ਕਿ ਘਰਾਂ ਦਾ ਇੰਸ਼ੋਰੈਂਸ ਕਸਟਮਾਈਜ਼ ਕੀਤਾ ਜਾ ਸਕਦਾ ਹੁੰਦਾ ਕਿ ਮੈਂ ਇਸ ਚੀਜ਼ ਦਾ ਲੈਣਾ ਤੇ ਇਹਦਾ ਨਹੀਂ ਲੈਣਾ। ਆਪਣੇ ਸੀਵਰ ਬੈਕਅਪ ਹੋ ਗਿਆ, ਜਿੱਦਾਂ ਪਾਈਪ ਫਟ ਗਈ ਜਾਂ ਸੀਵਰ ਬੈਕ ਹੋ ਗਿਆ ਆਪਣਾ, ਪਲੱਸ ਅਰਥਕੁਇਕ, flood coverage, right? All these coverages are add-ons. ਪਾਲਿਸੀ 1000 ਦੀ 1500 ਦੀ ਜਾਂ 2000 ਦੀ ਹੈ ਨਾ, ਪਰ ਉਹਦੇ ਵਿੱਚ ਆਪਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਆ ਉਹ ਐਡ-ਔਨ ਹੈਗੀਆਂ ਪਾਲਿਸੀ ਦੇ ਵਿੱਚ ਜਾਂ ਨਹੀਂ ਹੈਗੀਆਂ। ਉਹ ਕਈ ਵਾਰੀ ਆਪਾਂ ਨੂੰ ਲੈਕ ਆਫ ਨੌਲੇਜ ਦੇ ਕਰਕੇ ਹੀ ਨਾ ਆਪਾਂ ਉਹਨੂੰ ਪਾਲਿਸੀ ਨੂੰ ਕਦੀ ਰੀਡ ਨਹੀਂ ਕਰਦੇ, ਸਿਰਫ ਆਪਾਂ ਇਹ ਦੇਖਦੇ ਆ ਵੀ ਗੌਰਮੈਂਟ ਨੇ ਕਿਹਾ ਲੈਣੀ ਆ, ਲੈ ਲਈ, ਰੱਖ ਲਈ। ਜਿਹੜੇ ਲੋਕ ਘਰਾਂ ਦੇ ਵਿੱਚ ਕੰਮ ਖੋਲ੍ਹ ਲੈਂਦੇ ਆ, ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਵੀ ਉੱਥੇ ਖੋਲ੍ਹ ਲੈਂਦੇ, ਉਹਦਾ ਵੱਖਰਾ ਇੰਸ਼ੋਰੈਂਸ ਲੈਣਾ ਪੈਂਦਾ। ਹਾਂਜੀ, ਸੋ ਇਹ ਬਹੁਤ ਮੇਨ ਕਾਮਨ ਹੈਗੀ ਹੈ। ਜਦੋਂ ਕੋਈ ਵੀ ਆਪਾਂ ਘਰ ਦੇ ਵਿੱਚ ਖੋਲ੍ਹਣੇ, ਆਪਾਂ ਰਿਅਲਾਈਜ਼ ਨਹੀਂ ਕਰਦੇ ਵੀ ਇਹ ਆਪਣਾ ਇੱਕ ਬਿਜ਼ਨਸ ਹੈਗਾ ਹੈ। ਜਦੋਂ ਵੀ ਆਪਾਂ ਕੋਈ ਬਿਜ਼ਨਸ ਖੋਲ੍ਹਦੇ ਹੈ ਕਿ ਉਹਦੀ ਬਿਜ਼ਨਸ ਦੀ ਅਲੱਗ ਲਾਇਬਿਲਟੀ ਇੰਸ਼ੋਰੈਂਸ ਲੈਣੀ ਪੈਂਦੀ ਹੈ। ਤੁਸੀਂ ਘਰ ਦੇ ਵਿੱਚ ਬਿਜ਼ਨਸ ਖੋਲ੍ਹਿਆ, ਇੰਸ਼ੋਰੈਂਸ 'ਚ ਨਹੀਂ ਦੱਸਿਆ, ਇਹਦਾ ਅਸਰ ਘਰ ਦੇ ਇੰਸ਼ੋਰੈਂਸ 'ਤੇ ਵੀ ਪਊਗਾ ਕਿ ਘਰ 'ਚ ਕੋਈ ਡੈਮੇਜ ਹੋ ਜਾਂਦਾ ਤੇ ਤੁਸੀਂ ਉੱਥੇ ਬਿਜ਼ਨਸ ਖੋਲ੍ਹਿਆ ਵੀ ਉਹ ਘਰ ਦੇ ਇੰਸ਼ੋਰੈਂਸ 'ਤੇ ਵੀ ਸਵਾਲ ਕਰ ਸਕਦੇ ਹੋ। ਹਾਂਜੀ, ਸੋ ਬੇਸਿਕਲੀ ਮੇਨ ਗੱਲ ਇੱਥੇ ਹੀ ਆਉਂਦੀ ਹੈ। ਜਦੋਂ ਤੁਸੀਂ ਕੋਈ ਵੀ ਹੋਮ ਬੇਸ ਆਪਣਾ ਬਿਜ਼ਨਸ ਖੋਲ੍ਹਦੇ ਹੈਗੇ ਆ, ਉਦੋਂ ਤੁਸੀਂ ਦੱਸਦੇ ਨਹੀਂ ਹੈਗੇ ਇੰਸ਼ੋਰੈਂਸ ਕੰਪਨੀ ਨੂੰ। ਸੋ ਜਦ ਕੋਈ ਵੀ ਜਿਹੜਾ ਤੁਹਾਡਾ ਰਿਸਕ ਹੈ ਉਹ ਇੰਸ਼ੋਰੈਂਸ ਕੰਪਨੀ ਨੇ ਐਨਾਲਾਈਜ਼ ਕਰਨਾ ਹੁੰਦਾ। ਘਰ ਦਾ ਬਿਜ਼ਨਸ ਡਿਸਕਲੋਜ਼ ਕੀਤਾ ਜਾਵੇ ਤਾਂ ਇੰਸ਼ੋਰੈਂਸ ਬਹੁਤ ਜ਼ਿਆਦਾ ਵੱਧ ਜਾਂਦਾ। ਨਹੀਂ, ਕੋਈ ਵੱਧਦਾ ਨਹੀਂ ਹੈਗਾ। ਸਿਰਫ ਇੰਨਾ ਵੀ ਤੁਹਾਡਾ ਬਿਜ਼ਨਸ ਦਾ ਜਿਹੜਾ ਲਾਇਬਿਲਟੀ ਹੈਗੀ ਆ ਉਹ ਇਨ ਪਲੇਸ ਹੋਇਆ ਹੋਣਾ ਚਾਹੀਦਾ। ਕਵਰੇਜ ਨਹੀਂ, ਕੋਈ ਪ੍ਰਾਈਸ 'ਚ ਨਹੀਂ ਕੋਈ ਫਰਕ ਪੈਂਦਾ। ਦੋਸਤੋ, ਅੱਜ ਅਸੀਂ ਘਰਾਂ ਦੇ ਇੰਸ਼ੋਰੈਂਸ ਸੰਬੰਧੀ ਗੱਲ ਕਰਨ ਦੇ ਲਈ AMC ਇੰਸ਼ੋਰੈਂਸ 'ਤੇ ਆਏ ਹਾਂ। ਕਈ ਵਾਰ ਅਸੀਂ ਘਰਾਂ ਦੇ ਵਿੱਚ ਕੋਈ ਨਾ ਕੋਈ ਕੰਮ ਖੋਲ੍ਹ ਲੈਂਦੇ ਹਾਂ, ਕੋਈ ਦਫ਼ਤਰ ਖੋਲ੍ਹ ਲੈਂਦੇ ਹਾਂ, ਕੋਈ ਸਲੂਨ ਜਾਂ ਕੋਈ ਵੀ ਇੱਦਾਂ ਦਾ ਕੰਮਕਾਰ। ਉਹਦੇ ਸੰਬੰਧੀ ਸਵਾਲ ਇਹ ਹੁੰਦਾ ਕਿ ਉਹਦਾ ਇੰਸ਼ੋਰੈਂਸ ਵੱਖਰਾ ਹੁੰਦਾ ਆ ਅਤੇ ਜਾਂ ਘਰ ਦੇ ਇੰਸ਼ੋਰੈਂਸ ਦੇ ਵਿੱਚ ਹੀ ਹੁੰਦਾ। ਅਤੇ ਦੂਜੀ ਗੱਲਬਾਤ ਇਹ ਆ ਵੀ ਕੀ ਘਰ ਦਾ ਇੰਸ਼ੋਰੈਂਸ ਫਿਕਸ ਹੁੰਦਾ ਜਾਂ ਇਹਨੂੰ ਵੀ ਕਸਟਮਾਈਜ਼ ਕੀਤਾ ਜਾ ਸਕਦਾ ਵੀ ਅਸੀਂ ਆਹ ਪਾਣੀ ਦੀ ਪਾਈਪ ਫੁੱਟੀ ਵਾਲਾ ਇੰਸ਼ੋਰੈਂਸ ਨਹੀਂ ਲੈਣਾ ਅਤੇ ਆਹ ਲੈਣਾ ਆ। ਇੱਦਾਂ ਦੇ ਕੋਈ ਸਵਾਲ ਨੇ ਜਿਹੜੇ ਅਸੀਂ ਇੱਥੇ ਗੁਰਨੀਤ ਕੌਰ ਹੋਣਾ ਦੇ ਨਾਲ ਗੱਲਬਾਤ ਕਰਨੀ ਆ। ਗੁਰਨੀਤ ਜੀ, ਸਾਨੂੰ ਦੱਸਿਓ ਕਿ ਘਰਾਂ ਦਾ ਇੰਸ਼ੋਰੈਂਸ ਕਸਟਮਾਈਜ਼ ਕੀਤਾ ਜਾ ਸਕਦਾ ਹੁੰਦਾ ਕਿ ਮੈਂ ਇਸ ਚੀਜ਼ ਦਾ ਲੈਣਾ ਅਤੇ ਇਹਦਾ ਨਹੀਂ ਲੈਣਾ। ਹਾਂਜੀ, ਸੋ ਬੇਸਿਕਲੀ ਜਿਹੜੀ ਇੱਕ ਫਾਇਰ ਦੀ ਕਵਰੇਜ ਹੁੰਦੀ ਆ ਉਹ ਮੈਂਡੇਟਰੀ ਹੁੰਦੀ ਹੈ, ਜਿਹੜੀ ਬੇਸਿਕ ਪਲਾਨ ਦੇ ਵਿੱਚ ਕਵਰ ਹੁੰਦੀ ਹੈ। ਅਦਰ ਦੈਨ ਦੈਟ ਆਪਣੇ ਸੀਵਰ ਬੈਕਅਪ ਹੋ ਗਿਆ, ਜਿੱਦਾਂ ਪਾਈਪ ਫਟ ਗਈ ਜਾਂ ਸੀਵਰ ਬੈਕ ਹੋ ਗਿਆ ਆਪਣਾ, ਪਲੱਸ ਅਰਥਕੁਇਕ, flood coverage, right? All these coverages are add-ons. ਸੋ ਤੁਸੀਂ ਇਹਨੂੰ ਕਢਾ ਕੇ ਜਾਂ ਐਡ ਕਰਾ ਸਕਦੇ ਆ। ਸੋ ਇਹ ਆਪਸ਼ਨਲ ਹੈਗਾ। ਸੋ ਜੋ ਤੁਹਾਡੀ ਪਾਲਿਸੀ ਤੁਸੀਂ ਲੈਣੇ ਹੈਗੇ ਆ ਉਹਨੂੰ ਤੁਹਾਨੂੰ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਵੀ ਤੁਹਾਡੇ ਕੋਲ ਜਿਹੜੀ ਲੋੜ ਹੈਗੀ ਤੁਹਾਨੂੰ ਉਹ ਚੀਜ਼ ਦੀ ਕਵਰੇਜ ਤੁਹਾਡੀ ਪਾਲਿਸੀ ਦੇ ਵਿੱਚ ਹੈਗੀ ਆ। ਅਤੇ ਹਾਂਜੀ, ਸੋ ਇਹ ਜਿਹੜੀ ਮੋਸਟਲੀ ਲੋਕੀ ਆਪਾਂ ਇਹ ਦੇਖ ਲੈਂਦੇ ਆ ਵੀ ਪਾਲਿਸੀ 1000 ਦੀ 1500 ਦੀ ਜਾਂ 2000 ਦੀ ਹੈ ਨਾ, ਪਰ ਉਹਦੇ ਵਿੱਚ ਆਪਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਆ ਉਹ ਐਡ-ਔਨ ਹੈਗੀਆਂ ਪਾਲਿਸੀ ਦੇ ਵਿੱਚ ਜਾਂ ਨਹੀਂ ਹੈਗੀਆਂ। ਉਹ ਕਈ ਵਾਰੀ ਆਪਾਂ ਨੂੰ ਲੈਕ ਆਫ ਨੌਲੇਜ ਦੇ ਕਰਕੇ ਹੀ ਨਾ ਆਪਾਂ ਉਹਨੂੰ ਪਾਲਿਸੀ ਨੂੰ ਕਦੀ ਰੀਡ ਨਹੀਂ ਕਰਦੇ, ਸਿਰਫ ਆਪਾਂ ਇਹ ਦੇਖਦੇ ਆ ਵੀ ਗੌਰਮੈਂਟ ਨੇ ਕਿਹਾ ਲੈਣੀ ਆ, ਲੈ ਲਈ, ਰੱਖ ਲਈ। ਪਰ ਜਦੋਂ ਕਲੇਮ ਹੁੰਦਾ ਉਸ ਵੇਲੇ ਫਿਰ ਆਪਾਂ ਚੰਗੀ ਤਰ੍ਹਾਂ ਸਾਰੀ ਦੇਖਦੇ ਹਾਂ ਪਾਲਿਸੀ। ਸੋ ਇਹ ਬਹੁਤ ਆਪਣੀ ਕਮਿਊਨਿਟੀ ਦੇ ਵਿੱਚ ਅਨਕਰੇਜਡ ਕਰਨ ਵਾਲੀ ਗੱਲ ਹੈਗੀ ਆ ਵੀ ਆਪਾਂ ਨੂੰ ਪਾਲਿਸੀਆਂ ਪੜ੍ਹੀਏ, ਆਪਾਂ ਇਹਨਾਂ ਨੂੰ ਦੇਖੀਏ, ਆਪਾਂ ਨੂੰ ਕਿਹੜੀ ਕਵਰੇਜ ਦੀ ਲੋੜ ਹੈਗੀ ਹੈ, ਕਿਹੜੀ ਦੀ ਨਹੀਂ ਲੋੜ ਹੈਗੀ। ਮੇਰੇ ਹਿਸਾਬ ਨਾਲ ਸਾਰੀਆਂ ਕਵਰੇਜਸ ਦੀ ਲੋੜ ਹੁੰਦੀ ਹੈ, ਪਰ ਕਈ ਵਾਰੀ ਤੁਹਾਡੀ ਆਪਣੀ ਪਾਕਟ ਦੇ ਹਿਸਾਬ ਨਾਲ, ਤੁਹਾਡੀ ਨੀਡ ਦੇ ਹਿਸਾਬ ਨਾਲ ਆਪਾਂ ਨੂੰ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਘਰਾਂ ਦੇ ਵਿੱਚ ਕੰਮ ਖੋਲ੍ਹ ਲੈਂਦੇ ਆ, ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਵੀ ਉੱਥੇ ਖੋਲ੍ਹ ਲੈਂਦੇ, ਉਹਦਾ ਵੱਖਰਾ ਇੰਸ਼ੋਰੈਂਸ ਲੈਣਾ ਪੈਂਦਾ। ਹਾਂਜੀ, ਸੋ ਇਹ ਬਹੁਤ ਮੇਨ ਕਾਮਨ ਹੈਗੀ ਹੈ। ਜਦੋਂ ਕੋਈ ਵੀ ਆਪਾਂ ਘਰ ਦੇ ਵਿੱਚ ਖੋਲ੍ਹਣੇ, ਆਪਾਂ ਰਿਅਲਾਈਜ਼ ਨਹੀਂ ਕਰਦੇ ਵੀ ਇਹ ਆਪਣਾ ਇੱਕ ਬਿਜ਼ਨਸ ਹੈਗਾ ਹੈ। ਜਦੋਂ ਵੀ ਆਪਾਂ ਕੋਈ ਬਿਜ਼ਨਸ ਖੋਲ੍ਹਦੇ ਹੈ ਕਿ ਉਹਦੀ ਬਿਜ਼ਨਸ ਦੀ ਅਲੱਗ ਲਾਇਬਿਲਟੀ ਇੰਸ਼ੋਰੈਂਸ ਲੈਣੀ ਪੈਂਦੀ ਆ ਅਤੇ ਉਹ ਆਪਾਂ ਨੂੰ ਘਰ ਦੀ ਇੰਸ਼ੋਰੈਂਸ ਨੂੰ ਦੱਸਣਾ ਪੈਂਦਾ ਵੀ ਹਾਂ ਮੈਂ ਹੋਮ ਬੇਸ ਬਿਜ਼ਨਸ ਖੋਲ੍ਹ ਰਹੀ ਹੈਗੀ ਹਾਂ। ਸੋ ਕਈ ਵਾਰੀ ਤਾਂ ਜੇ ਤੁਸੀਂ ਨਹੀਂ ਵੀ ਡਿਸਕਲੋਜ਼ ਕਰਦੇ, ਇੰਸ਼ੋਰੈਂਸ ਕੰਪਨੀਆਂ ਕੀ ਕਰਦੀਆਂ, ਗੂਗਲ 'ਤੇ ਦੇਖ ਲੈਂਦੀਆਂ, ਤੁਸੀਂ ਉੱਤੇ ਐਡਵਰਟਾਈਜ਼ਮੈਂਟ ਪਾਈ ਆ, ਇਹ ਸਲੋਨ ਲਿਮਟਿਡ ਲੋਕੇਸ਼ਨ ਉਹ ਪਾਇਆ, ਫਿਰ ਉਹ ਕਹਿੰਦੇ ਆ ਵਾਟ ਇਜ਼ ਦਿਸ, ਤੁਹਾਨੂੰ ਡਿਸਕਲੋਜ਼ ਨਹੀਂ ਕੀਤਾ। ਸੋ ਇਨ ਦੈਟ ਟਾਈਮ ਜੇ ਕੋਈ ਕਲੇਮ ਹੋ ਜਾਂਦਾ ਆ ਉਹ ਪੇ ਨਹੀਂ ਹੋਊਗਾ, ਕਿਉਂਕਿ ਉਹਨਾਂ ਦੇ ਵਿੱਚ ਤੁਸੀਂ ਬਰੀਚ ਕੀਤਾ, ਤੁਸੀਂ ਉਹਨਾਂ ਨੂੰ ਡਿਸਕਲੋਜ਼ ਰਿਸਕ ਆਪਣਾ ਕਰੈਕਟ ਡਿਸਕਲੋਜ਼ ਨਹੀਂ ਕੀਤਾ ਹੈਗਾ। ਸੋ ਉਹ ਚੀਜ਼ ਬਹੁਤ ਜ਼ਰੂਰੀ ਹੈਗੀ ਹੈ। ਜਦੋਂ ਤੁਸੀਂ ਘਰ ਕੋਈ ਵੀ ਹੋਮ ਬੇਸਡ ਬਿਜ਼ਨਸ ਕੋਈ ਖੋਲ੍ਹਦੇ ਆ, ਉਹਦੀ ਕਵਰੇਜ ਜਾਂ ਉਹਦੀ ਐਟਲੀਸਟ ਸਾਨੂੰ ਦੱਸਿਆ ਜਾਵੇ ਵੀ ਹਾਂ ਇਹਦੇ ਵਿੱਚ ਕੋਈ ਹੋਮ ਬੇਸਡ ਬਿਜ਼ਨਸ ਖੁੱਲ੍ਹਿਆ ਆ, ਉਹਦੀ ਕਵਰੇਜ ਅਲੱਗ ਲੈਣੀ ਪੈਂਦੀ ਹੈ। ਜੇ ਮੰਨ ਲਓ ਤੁਹਾਡੇ ਉਸ ਬਿਜ਼ਨਸ ਦੇ ਉੱਤੇ ਭਾਵੇਂ ਇੱਕ ਵੱਖਰਾ ਕਮਰਾ ਹੀ ਆ, ਕੋਈ ਬੰਦਾ ਡਿੱਗ ਪਿਆ, ਉਹਨੂੰ ਸੱਟ ਲੱਗ ਗਈ, ਉਹਦਾ ਕਲੇਮ ਨਹੀਂ ਮਿਲਣਾ ਭਾਵੇਂ ਘਰ ਦਾ ਇੰਸ਼ੋਰੈਂਸ ਹੋਵੇ। ਹਾਂਜੀ, ਜੇ ਤੁਸੀਂ ਡਿਕਲੇਅਰ ਨਹੀਂ ਕੀਤਾ ਵੀ ਤੁਹਾਡਾ ਹੋਮ ਬੇਸ ਬਿਜ਼ਨਸ ਹੈਗਾ, ਜੇ ਤੁਹਾਡਾ ਕਲਾਇੰਟ ਆ ਕੇ ਸਲਿੱਪ ਐਂਡ ਫਾਲ ਹੋ ਜਾਂਦਾ ਤੁਹਾਡੀ ਪ੍ਰੋਪਰਟੀ ਦੇ ਵਿੱਚ, ਫਿਰ ਉਹ ਕਵਰੇਜ ਨਹੀਂ ਹੋ, ਕਿਉਂਕਿ ਉਹ ਐਸੇ ਬਿਜ਼ਨਸ ਐਕਟੀਵਿਟੀ ਦੇ ਰਿਲੇਟਡ ਸੀਗੀ ਕਲੇਮ, ਇਸ ਕਰਕੇ ਉਹ ਤੁਹਾਡੀ ਹੋਮ ਇੰਸ਼ੋਰੈਂਸ ਦੇ ਵਿੱਚ ਕਵਰ ਨਹੀਂ ਹੋਊਗੀ। ਤੁਸੀਂ ਘਰ ਦੇ ਵਿੱਚ ਬਿਜ਼ਨਸ ਖੋਲ੍ਹਿਆ,
ਇੰਸ਼ੋਰੈਂਸ 'ਚ ਨਹੀਂ ਦੱਸਿਆ, ਇਹਦਾ ਅਸਰ ਘਰ ਦੇ ਇੰਸ਼ੋਰੈਂਸ 'ਤੇ ਵੀ ਪਊਗਾ ਕਿ ਘਰ 'ਚ ਕੋਈ ਡੈਮੇਜ ਹੋ ਜਾਂਦਾ ਤੇ ਤੁਸੀਂ ਉੱਥੇ ਬਿਜ਼ਨਸ ਖੋਲ੍ਹਿਆ ਹੈ ਵੀ ਉਹ ਘਰ ਦੇ ਇੰਸ਼ੋਰੈਂਸ 'ਤੇ ਵੀ ਸਵਾਲ ਕਰ ਸਕਦੇ ਆ? ਹਾਂਜੀ, ਸੋ ਬੇਸਿਕਲੀ ਮੇਨ ਗੱਲ ਇੱਥੇ ਹੀ ਆਉਂਦੀ ਹੈ, ਜਦੋਂ ਤੁਸੀਂ ਕੋਈ ਵੀ ਹੋਮ ਬੇਸ ਆਪਣਾ ਬਿਜ਼ਨਸ ਖੋਲ੍ਹਦੇ ਹੈਗੇ ਆ, ਉਦੋਂ ਤੁਸੀਂ ਦੱਸਦੇ ਨਹੀਂ ਹੈਗੇ ਇੰਸ਼ੋਰੈਂਸ ਕੰਪਨੀ ਨੂੰ। ਸੋ ਜਦ ਕੋਈ ਵੀ ਜਿਹੜਾ ਤੁਹਾਡਾ ਰਿਸਕ ਹੈ ਉਹ ਇੰਸ਼ੋਰੈਂਸ ਕੰਪਨੀ ਨੇ ਐਨਾਲਾਈਜ਼ ਕਰਨਾ ਹੁੰਦਾ। ਸੋ ਤੁਸੀਂ ਕੋਈ ਹੋਮ ਬੇਸ ਬਿਜ਼ਨਸ ਖੋਲ੍ਹਿਆ, ਉਹਦਾ ਦੈਟ ਮੀਨ ਮੋਰ ਕਲਾਇੰਟ ਇਜ਼ ਕਮਿੰਗ, ਮੋਰ ਟ੍ਰੈਫਿਕ ਟੂ ਦੈਟ ਲੋਕੇਸ਼ਨ। ਸੋ ਉਹਨਾਂ ਨੇ ਉਹ ਸਾਰਾ ਅਸੈਸ ਕਰਨਾ ਹੁੰਦਾ ਲਾਇਬਿਲਿਟੀ ਦੇ ਨਾਲ। ਸੋ ਉਹਨਾਂ ਨੂੰ ਹੋਰ ਕੁਝ ਨਹੀਂ ਹੁੰਦਾ, ਉਹਨਾਂ ਨੇ ਸਿਰਫ ਇਹ ਲੈਣਾ ਹੁੰਦਾ ਤੁਹਾਡੀ ਬਿਜ਼ਨਸ ਦੀ ਲਾਇਬਿਲਿਟੀ ਇਨ ਪਲੇਸ ਹੋਵੇ। ਭਾਵੇਂ ਤੁਸੀਂ ਉਹ ਸੇਮ ਪਾਲਿਸੀ ਦੇ ਸੇਮ ਕੰਪਨੀ ਦੇ ਨਾਲ ਹੀ ਪਾਲਿਸੀ ਲੈ ਲਓ, ਚਾਹੇ ਹੋਰ ਕਿਸੇ ਕੰਪਨੀ ਦੇ ਨਾਲ ਪਾਲਿਸੀ ਲੈ ਲਓ, ਬਟ ਉਹਦਾ ਰਿਸਕ ਸੈਪਰੇਟਲੀ ਬਾਈਂਡ ਹੋਵੇ। ਤੇ ਜੇ ਇਹ ਘਰ ਦਾ ਬਿਜ਼ਨਸ ਡਿਸਕਲੋਜ਼ ਕੀਤਾ ਜਾਵੇ ਤਾਂ ਇੰਸ਼ੋਰੈਂਸ ਬਹੁਤ ਜ਼ਿਆਦਾ ਵੱਧ ਜਾਂਦਾ? ਨਹੀਂ, ਕੋਈ ਵੱਧਦਾ ਨਹੀਂ ਹੈਗਾ। ਸਿਰਫ ਇੰਨਾ ਵੀ ਤੁਹਾਡਾ ਬਿਜ਼ਨਸ ਦਾ ਜਿਹੜਾ ਲਾਇਬਿਲਿਟੀ ਹੈਗੀ ਆ ਉਹ ਇਨ ਪਲੇਸ ਹੋਇਆ ਹੋਣਾ ਚਾਹੀਦਾ। ਕਵਰੇਜ ਨਹੀਂ, ਕੋਈ ਪ੍ਰਾਈਸ 'ਚ ਨਹੀਂ ਕੋਈ ਫਰਕ ਪੈਂਦਾ। ਕਈ ਵਾਰੀ ਲੋਕ ਕਹਿੰਦੇ ਇੱਥੇ ਅਰਥਕੁਇਕ ਦਾ ਕੋਈ ਖਤਰਾ ਨਹੀਂ, ਵੀ ਕਿਤੇ ਭੁਚਾਲ ਤਾਂ ਆਉਣ ਨਹੀਂ ਲੱਗਾ, ਵੀ ਇਹ ਇੰਸ਼ੋਰੈਂਸ ਕਾਹਦੇ ਲਈ ਲੈਣਾ? ਹਾਂਜੀ, ਇਹ ਬਹੁਤ ਮੇਨ ਕਾਮਨ ਹੈਗੀ ਆ। ਹੁਣ ਜਦੋਂ ਅਰਥਕੁਇਕ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਆ, ਮੋਸਟਲੀ ਅਸੀਂ ਕੀ ਦੇਖਦੇ ਹਾਂ, ਸਾਰੇ ਕਹਿੰਦੇ ਓਕੇ ਅਰਥਕੁਇਕ $1000 ਦਾ ਰਿਮੂਵ ਕਰ ਦਿਓ। ਬਟ ਜੇ ਤੁਸੀਂ ਇਸ ਸਾਲ ਦੇ ਡਾਟਾਸ ਦੇਖੋ ਇੰਸ਼ੋਰੈਂਸ ਕੰਪਨੀਆਂ ਦੇ, ਉਹਨਾਂ ਨੇ ਬਹੁਤ ਥਾਵਾਂ 'ਤੇ ਰਿਸਟ੍ਰਿਕਸ਼ਨਸ ਲਾਤੀਆਂ। ਐਸ ਪੋਸਟਲ ਕੋਡ ਨੂੰ ਅਰਥਕੁਇਕ ਨਹੀਂ ਦੇਣਾ, ਐਸ ਪੋਸਟਲ ਕੋਡ ਨੂੰ ਅਰਥਕੁਇਕ ਨਹੀਂ ਦੇਣਾ। ਸੋ ਉਹਨਾਂ ਦੇ ਪਿੱਛੇ ਉਹਨਾਂ ਦੀ ਸਟੱਡੀ ਹੋਈ ਹੁੰਦੀ ਆ, ਰਾਈਟ। ਸੋ ਉਹਨਾਂ ਨੂੰ ਪਤਾ ਹੁੰਦਾ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਨੇ ਏਡੇ ਕਲੇਮ ਦੇਣੇ ਹੈਗੇ ਆ। ਸੋ ਉਹਨਾਂ ਨੂੰ ਪਤਾ ਹੈ, ਇਸ ਕਰਕੇ ਉਹ ਪ੍ਰਾਈਸਾਂ ਵਧਾ ਰਹੇ ਆ, ਇਸ ਕਰਕੇ ਉਹ ਰਿਸਟ੍ਰਿਕਸ਼ਨਾਂ ਲਾ ਰਹੇ ਆ। ਐਟ ਦਿਸ ਪੁਆਇੰਟ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਆਪਾਂ ਨੂੰ ਅਰਥਕੁਇਕ ਕਵਰੇਜ ਐਡ ਕੀਤੀ ਜਾਵੇ ਐਵਰੀ ਪਾਲਿਸੀ ਦੇ ਉੱਤੇ। ਮੈਂ ਇਸ ਸਾਲ ਮੈਂ ਦੇਖ ਰਹੀ ਹਾਂ, ਕਿਉਂਕਿ ਇਨਫਲੇਸ਼ਨ ਹੈਗੀ ਆ, ਸਾਰੇ ਕਹਿੰਦੇ ਮਨੀ ਸੇਵ ਕਰੀਏ। ਸੋ ਕਿਤੇ ਨਹੀਂ ਕਿਤੇ ਇਹ ਦੇਖ ਲੈਂਦੇ ਕਿ ਕਿੰਨੀ ਅਰਥਕੁਇਕ ਪ੍ਰਾਈਸ ਇਹਦੀ 800, 1000, ਜ਼ਰੂਰੀ ਨਹੀਂ 800, 1000 ਹੀ ਹੋਵੇ, 200-300 ਤੋਂ ਸਟਾਰਟ ਹੁੰਦੀ ਹੈ। ਸੋ ਬਟ ਇਹ ਜ਼ਰੂਰੀ ਕਵਰੇਜ ਆ ਇਸ ਵੇਲੇ ਆਪਣੇ BC ਦੇ ਵਿੱਚ ਬਹੁਤ। ਤੇ ਕੰਪਨੀਆਂ ਜਦੋਂ ਇਹ ਕਹਿੰਦੀਆਂ ਕਿ ਅਸੀਂ ਇਹ ਅਰਥਕੁਇਕ ਇੰਸ਼ੋਰ ਕਰਨਾ ਹੀ ਨਹੀਂ, ਵੀ ਉਹ ਭਾਵੇਂ ਵੱਧ ਵੀ ਪੇ ਕਰੋ, ਇਦਾਂ ਦੀਆਂ ਰਿਸਟ੍ਰਿਕਸ਼ਨ ਵੀ ਲਾ ਰਹੀ? ਇਸ ਸਾਲ ਤੋਂ ਲੱਗੀ ਹੈ, ਜਨਵਰੀ ਦੇ ਵਿੱਚੋਂ ਹੁਣੇ ਸਾਨੂੰ ਇਹ ਰਿਸਟ੍ਰਿਕਸ਼ਨਸ ਆਈਆਂ। ਕਈ ਪੋਸਟਲ ਕੋਡ ਉਹਦੇ ਵਿੱਚੋਂ ਸਰੀ ਦੇ ਵੀ ਕਾਫੀ ਪੋਸਟਲ ਕੋਡ ਹੈਗੇ, ਡੈਲਟਾ, ਰਿਚਮੰਡ ਦੇ ਕਾਫੀ ਪੋਸਟਲ ਕੋਡ ਹੈਗੇ ਆ, ਜਿੱਥੇ ਉਹਨਾਂ ਨੇ ਹੁਣ ਜਨਵਰੀ ਤੋਂ ਨਵੀਂ ਇੰਸ਼ੋਰੈਂਸ 'ਤੇ ਅਰਥਕੁਇਕ ਦੀ ਕਵਰੇਜ ਆਫਰ ਹੀ ਨਹੀਂ ਕਰਨੀ। ਸੋ ਪ੍ਰੀਵੀਅਸ ਈਅਰਸ ਉਹ ਐਡ ਕਰ ਰਹੀਆਂ ਸੀਗੀਆਂ, ਦਿਸ ਈਅਰ ਜਨਵਰੀ ਤੋਂ ਉਹਨਾਂ ਨੇ ਰਿਮੂਵ ਕਰਤਾ। ਸੋ ਉਸ ਪੋਸਟਲ ਕੋਡ 'ਤੇ ਉਹਨਾਂ ਨੇ ਅਰਥਕੁਇਕ ਕਵਰੇਜ ਦੇਣੀ ਨਹੀਂ ਹੈਗੀ। ਸੋ ਪਰ ਜਿੱਥੇ ਆਪਸ਼ਨਲ ਹੈਗੀ ਆ ਸਟਿਲ ਮੈਨੂੰ ਲੱਗਦਾ ਲੈਣੀ ਪਏਗੀ। ਜੇ ਕਿਸੇ ਨੇ ਲਈ ਹੋ ਵੀ ਆ, ਪਲੀਜ਼ ਰਿਮੂਵ ਨਾ ਕਰਾਓ, ਬਿਕਾਜ਼ ਨਵੀਂ ਪਾਲਿਸੀ ਤੁਹਾਨੂੰ ਮਿਲਣ ਦੇ ਚਾਂਸਸ ਬਹੁਤ ਘੱਟ ਆ। ਤੇ ਜਿਹੜੇ ਸੀਵਰ ਵਗੈਰਾ ਦੀ ਆ ਜਾਂ ਪਾਈਪ ਦਾ, ਉਹ ਵੀ ਹਟਾਇਆ ਕੱਢਿਆ ਜਾ ਸਕਦਾ ਹੁੰਦਾ? ਸੀਵਰ ਬੈਕਅਪ ਵੈਸੇ ਅਸੀਂ ਜਦੋਂ ਵੀ ਕੋਈ ਵੀ ਪਾਲਿਸੀ ਸੈੱਲ ਕਰਦੇ ਹਾਂ, ਸੀਵਰ ਬੈਕਅਪ ਦੇ ਕਲੇਮ ਕਾਫੀ ਅਸੀਂ ਦੇਖਦੇ ਹਾਂ। ਸੋ ਆਪਾਂ ਕਵਰੇਜ ਐਡ ਕਰਕੇ ਹੀ ਇੱਕ ਪ੍ਰੀਮੀਅਮ ਬਿਲਡ ਕਰੀਦਾ। ਸੋ ਸੀਵਰ ਬੈਕਅਪ ਦੀ ਪ੍ਰਾਈਸ ਇੰਨੀ ਨਹੀਂ ਜ਼ਿਆਦਾ ਹੁੰਦੀ, ਪਰ ਉਹਦਾ ਲੋਸਿਸ ਹੋ ਸਕਦੇ, ਕਿਉਂਕਿ ਜੇ ਟੋਇਲਟ ਦਾ ਜਾਂ ਕਿਚਨ ਦੇ ਵਿੱਚੋਂ ਸੀਵਰ ਬੈਕਅਪ ਹੋ ਗਿਆ, ਉਹਦੇ ਨਾਲ ਫਰਸ਼ ਮੇ ਬੀ ਦੇਰ ਇਜ਼ ਅ ਰਗ ਔਨ ਦਾ, ਸੋ ਐਵਰੀਥਿੰਗ ਡੈਮੇਜ ਹੋ ਗਿਆ। ਸੋ ਉਹ ਸਾਰਾ ਕਵਰੇਜ ਹੁੰਦੀ ਹੈਗੀ ਆ। ਸੋ ਉਹਦੇ ਵਿੱਚ ਕਈ ਵਾਰੀ 1 ਮਿੰਟ ਦੇ ਸੀਵਰ ਬੈਕਅਪ ਦੇ ਨਾਲ ਵੀ ਤੁਹਾਡਾ ਕਾਫੀ ਲੋਸ ਹੋ ਜਾਂਦਾ, ਕਿਉਂਕਿ ਉਹ ਤੁਸੀਂ ਜਿਹੜਾ ਫਲੋਰ ਹੁੰਦੀ ਆ ਡੈਮੇਜ, ਦੈਨ ਜਿਹੜਾ ਵੀ ਉਹ ਰਿਜ਼ਲਟੈਂਟ ਡੈਮੇਜ ਹੁੰਦਾ ਉਹ ਕਵਰ ਹੁੰਦਾ ਆ। ਸੋ ਉਹਨੂੰ ਰਿਮੂਵ ਨਹੀਂ ਕਰਨਾ ਚਾਹੀਦਾ। ਇੰਡੀਆ ਜਾਣਾ ਕਿਸੇ ਨੇ, ਇੰਸ਼ੋਰੈਂਸ ਦੇ ਉੱਤੇ ਕੋਈ ਫਰਕ ਪੈਣਾ, ਕੋਈ ਕਟਾ ਵਧਾ ਕੇ ਜਾਣਾ ਚਾਹੀਦਾ? ਨਹੀਂ, ਇੰਸ਼ੋਰੈਂਸ ਸੇਮ ਹੀ ਰੱਖਣੀ ਚਾਹੀਦੀ ਆ ਜਿਹੜੀ ਹੋਮ 'ਤੇ ਹੈਗੀ ਆ, ਪਰ ਉਹਦੇ ਵਿੱਚ ਆਪਾਂ ਨੂੰ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ। ਜੇ ਤੁਹਾਡਾ ਘਰ, ਹੁਣ ਤੁਸੀਂ 1 ਮੰਥ ਲਈ ਜਾ ਰਹੇ ਆ, ਇੰਡੀਆ ਹੈਗਾ, ਘਰ ਤੁਹਾਡਾ ਲੌਕਡ ਹੈਗਾ, ਪਹਿਲੀ ਤਾਂ ਗੱਲ ਤੁਹਾਨੂੰ ਕੋਈ ਨਾ ਕੋਈ ਜਿਹੜਾ ਇਮੀਡੀਏਟ ਫੈਮਿਲੀ ਮੈਂਬਰ ਜਾਂ ਕੋਈ ਵੀ ਰਿਲੇਟਿਵ ਜਾਂ ਫਰੈਂਡ ਤੁਹਾਡੇ ਵਿਜ਼ਿਟ ਕਰੇ, ਐਵਰੀ 3rd ਡੇ 4th ਡੇ ਤੁਹਾਡਾ ਵਿਜ਼ਿਟ ਕਰੇ। ਜੇ ਨਹੀਂ ਤੁਹਾਡੇ ਕੋਲ ਕੋਈ ਵੀ ਨਹੀਂ ਹੈਗਾ ਬੰਦਾ, ਕੋਈ ਵਿਜ਼ਿਟ ਨਹੀਂ ਕਰਦਾ, ਤੁਸੀਂ ਜਿਹੜੀ ਵਾਟਰ ਦਾ ਮੇਨ ਸ਼ਟਅਪ ਹੋਇਆ ਉਹਨੂੰ ਬੰਦ ਕੀਤਾ ਹੋਵੇ। ਸੋ ਜ਼ਿਆਦਾ ਕਲੇਮ ਵਾਟਰ ਡੈਮੇਜ ਦੇ ਆਉਂਦੇ ਆ ਜਦੋਂ ਘਰ ਬੰਦ ਹੁੰਦਾ, ਕਿਉਂਕਿ ਜੇ ਕਿਤੇ ਪਾਈਪ ਫਟ ਗਿਆ, ਪਾਣੀ ਅੰਦਰ ਹੋਈ ਗਿਆ, ਉਹਨੇ ਘਰ ਸਾਰਾ ਡੈਮੇਜ ਹੋ ਗਿਆ, ਜਾਂ ਫਰੀਜ਼ ਹੋ ਕੇ ਪਾਈਪ ਫਟ ਗਈ, ਫਰੀਜ਼ਿੰਗ ਹੋ ਗਈ, ਕਿਉਂਕਿ ਆਪਾਂ ਕੀ ਕਰਦੇ ਹਾਂ, ਜਾਣਾ ਆ, ਆਪਾਂ ਕਹਿੰਦੇ ਹਾਂ ਹੀਟ ਬੰਦ ਕਰ ਦਿਓ, ਰਾਈਟ। ਹੀਟ ਬੰਦ ਹੋ ਗਈ, ਦੈਟ ਮੀਨ ਉਹ ਜਿਹੜੀਆਂ ਪਾਈਪਾਂ ਫਰੀਜ਼ ਹੋ ਗਈਆਂ, ਉਹਨਾਂ ਨੇ ਪਾਈਪ ਫਟ ਗਈ। ਇਹ ਵੀ ਮੇਨ ਕਾਮਨਲੀ ਕਲੇਮ ਆਉਂਦੇ ਆ ਸਾਨੂੰ। ਸੋ ਉਹ ਚੀਜ਼ਾਂ ਨੂੰ ਤੁਹਾਨੂੰ ਹੀਟ ਬੰਦ ਨਹੀਂ ਕਰਕੇ ਜਾਣਾ ਚਾਹੀਦਾ, ਉਹਨੂੰ ਸਰਟਨ ਨੰਬਰ ਦੇ ਉੱਤੇ ਸੈੱਟ ਕਰਕੇ ਜਾਣਾ ਚਾਹੀਦਾ, ਸੋ ਟੈਂਪਰੇਚਰ 19 ਤੋਂ ਥੱਲੇ ਡਰੋਪ ਨਾ ਹੋਵੇ। ਸੈਕੰਡਲੀ ਵਾਟਰ, ਜੇ ਕੋਈ ਪਾਈਪ ਫਟ ਗਈ ਜਾਂ ਕੁਛ ਹੈਗੀ ਆ, ਸੋ ਜੇ ਵੈਸੇ ਤਾਂ ਇੰਸ਼ੋਰੈਂਸ ਕੰਪਨੀਆਂ ਰਿਕਮੈਂਡ ਕਰਦੀਆਂ ਵੀ ਐਵਰੀ 3rd ਡੇ ਕੋਈ ਪਰਸਨ ਆਵੇ, ਖੋਲ੍ਹ ਕੇ ਸਾਰਾ ਚੈੱਕ ਕਰੇ। ਪਰ ਜੇ ਤੁਹਾਡਾ ਕੋਈ ਇਮੀਡੀਏਟ ਮੈਂਬਰ ਜਾਂ ਨਹੀਂ ਵੀ ਕੋਈ ਦੇਖ ਸਕਦਾ, ਤਾਂ ਤੁਸੀਂ ਮੇਨ ਸ਼ਟ ਆਫ ਬਟਨ ਜਿਹੜਾ ਤੁਹਾਡਾ ਵਾਟਰ ਦਾ ਮੇਨ ਹੈਗਾ ਆ, ਉਹਨੂੰ ਬੰਦ ਕਰਕੇ ਜਾਓ।
ਤੇ ਇਹ ਘਰ ਦਾ ਟਾਊਨ ਹਾਊਸ ਜਾਂ ਜਿਹੜੀਆਂ ਸਟਾਰਟਾ ਕਵਰਡ ਹੁੰਦੇ ਆ ਅਪਾਰਟਮੈਂਟ, ਇਹਨਾਂ ਦੇ ਇੰਸ਼ੋਰੈਂਸ ਦਾ ਫਰਕ ਹੁੰਦਾ ਜਦੋਂ ਉਹਨੂੰ ਤੁਸੀਂ ਛੱਡ ਕੇ ਜਾਣਾ ਆ ਖਾਲੀ ਮਹੀਨੇ 2 ਮਹੀਨੇ ਲਈ? ਹਾਂਜੀ, ਸੋ ਜਿਹੜੀ ਸਟਾਰਟਾ ਦੀ ਪਾਲਿਸੀ ਹੁੰਦੀ ਆ, ਉਹ ਸਾਰੀ ਬਿਲਡਿੰਗ ਕਵਰ ਕਰਦੀ ਆ। ਸੋ ਪਰ ਯੂਨਿਟ ਤੁਹਾਨੂੰ ਜਿਹੜਾ ਅੰਦਰਲਾ ਸਮਾਨ ਹੈਗਾ ਆ, ਜਿਹੜਾ ਸਟਾਰਟਾ ਨੇ ਤਾਂ ਪੂਰੀ ਬਿਲਡਿੰਗ, ਜੇ ਉਹਦੇ ਵਿੱਚ 200 ਯੂਨਿਟ ਹੈਗੇ, ਉਹਨੇ 200 ਕਵਰ ਕਰਨੇ, ਉਹਨੇ ਬਿਲਡਿੰਗ ਸਾਰੀ ਕਵਰ ਕਰਨੀ ਆ। ਸਟਾਰਟਾ ਦੇ ਵਿੱਚ ਤੁਸੀਂ ਰਹਿੰਦੇ ਆ, ਸੋ ਜਿਹੜੇ ਤੁਸੀਂ ਪ੍ਰੀਕਾਸ਼ਨ ਆ ਸੇਮ ਹੀ ਜਿਹੜਾ ਤੁਸੀਂ ਘਰ ਵਾਲੇ ਆ ਉਹੀ ਲੈਣੇ ਆ, ਬਿਕਾਜ਼ ਜਦੋਂ ਸਟਾਰਟਾ ਦੇ ਡਿਡਕਟਬਲ ਬਹੁਤ ਜ਼ਿਆਦਾ ਹੁੰਦੇ ਆ। ਸੋ ਇਹਦੇ ਲਈ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ, ਜਾਂ ਆਪਾਂ ਕਹਿੰਦੇ ਕੋਈ ਨਹੀਂ ਸਟਾਰਟਾ ਦੇ ਵਿੱਚ ਕਵਰ ਹੈਗਾ, ਪਰ ਜਿਹੜੇ ਵਿੱਚ ਆਪਣੇ ਅੰਦਰਲੇ ਕੰਟੈਂਟ ਹੈਗੇ ਆ, ਜਾਂ ਅੰਦਰਲਾ ਜਿਹੜਾ ਆਪਣਾ ਸਮਾਨ ਹੈਗਾ ਆ, ਜਾਂ ਜੇ ਜਾਂ ਅੱਗ ਲੱਗ ਜਾਂਦੀ ਆ ਅਤੇ ਆਪਾਂ ਨੂੰ ਕਿਤੇ ਹੋਰ ਰਹਿਣਾ ਪੈਂਦਾ ਆ, ਉਹ ਵਾਲਾ ਸਾਰਾ ਕਵਰੇਜ ਆਪਣੀ ਪਾਲਿਸੀ ਨੇ ਕਵਰ ਕਰਨਾ, ਸਟਾਰਟਾ ਦੀ ਨੇ ਨਹੀਂ ਕਵਰ ਕਰਨਾ। ਜੇ ਹੁਣ ਉਹ ਕੰਪਲੈਕਸ ਨੂੰ ਅੱਗ ਲੱਗ ਗਈ ਤਾਂ ਤੁਸੀਂ ਕਿਹਾ ਵੀ ਤੁਹਾਨੂੰ ਹੋਟਲ ਦੇ ਵਿੱਚ ਰਹਿਣਾ ਪੈਣਾ। ਜੇ ਤੁਹਾਡੀ ਆਪਣੀ ਪਾਲਿਸੀ ਨਹੀਂ ਲਈ ਹੈਗੀ ਤੁਸੀਂ ਕੰਟੈਂਟ ਦੀ, ਤਾਂ ਹੀ ਕੋਈ ਕਵਰੇਜ ਨਹੀਂ ਹੋਣੀ ਉਹਦੇ 'ਤੇ। ਉਦੋਂ ਤਾਂ ਹੀ ਕਵਰੇਜ ਹੋਣੀ ਤੁਸੀਂ ਆਪਣੀ ਪਾਲਿਸੀ ਲਈ ਹੋਊਗੀ ਕੰਟੈਂਟ ਦੀ। ਇੱਕ ਜਿਹੜਾ ਅਰਥਕੁਇਕ ਦੀ ਗੱਲ ਦੱਸੀ ਸੀ, ਜਿਹੜੀ ਫਲੱਡਸ ਜਿੱਦਾਂ ਐਪਸਫੋਰਡ ਦੇ ਵਿੱਚ ਪਿੱਛੇ ਜੇ ਆ ਗਏ ਸੀ, ਇਹਦੀ ਕਵਰੇਜ 'ਤੇ ਵੀ ਫਰਕ ਹੁੰਦਾ, ਜੇ ਐਕਸਟਰਾ ਲੈਣੀ ਪੈਂਦੀ ਹੈ ਜਾਂ ਮਹਿੰਗੀ ਹੁੰਦੀ ਹੈ? ਹਾਂਜੀ, ਸੋ ਜਿਹੜੀ ਫਲੱਡ ਦੀ ਕਵਰੇਜ ਸੇਮ ਜਿੱਦਾਂ ਅਰਥਕੁਇਕ ਦੀ ਹੈਗੀ ਆ। ਕਈ ਲੋਕੇਸ਼ਨਾਂ 'ਤੇ ਨਹੀਂ ਐਲੀਜੀਬਲ, ਜਿਹੜੇ ਥੋੜ੍ਹੇ ਵਾਟਰ ਦੇ ਲਾਗੇ ਆ ਜਾਂ ਬਲੋ ਹੈਗੇ ਆ, ਨੀਵੇਂ ਥਾਂ ਹੈਗੇ ਆ ਜਿਹੜੇ, ਬਟ ਅਰਥਕੁਇਕ ਦੀ ਕਵਰੇਜ ਸਾਰਿਆਂ ਨੂੰ ਹੀ ਲੈਣੀ ਚਾਹੀਦੀ ਆ। ਜਸਟ ਹੋ ਸਕਦਾ ਕਈ ਵਾਰੀ ਆਪਾਂ ਇਹ ਕਹਿੰਦੇ ਆ, ਜਦੋਂ ਨਾ ਮੈਂ ਆਪਣੇ ਐਕਸਪੀਰੀਅੰਸ ਕੀ ਦੇਖਿਆ, ਜਦੋਂ ਉਹਦੇ 'ਤੇ ਹਾਈ ਰਿਸਕ ਆ, ਦਾ ਇੰਸ਼ੋਰੈਂਸ ਕੰਪਨੀਆਂ ਨੂੰ ਪਤਾ ਹਾਈ ਰਿਸਕ ਆ, ਤਾਂ ਹੀ ਉਹ ਪ੍ਰੀਮੀਅਮ ਵੀ ਜ਼ਿਆਦਾ ਲੈਂਦੀਆਂ। ਪਰ ਜਦੋਂ ਪ੍ਰੀਮੀਅਮ ਜ਼ਿਆਦਾ ਲੈਂਦੀਆਂ, ਆਪਾਂ ਉਹਦੇ 'ਤੇ ਅਟਰੈਕਟ ਕਰਦੇ ਹਾਂ, ਆਪਾਂ ਕਹਿੰਦੇ ਆ ਵਾਟਰ ਆਪਾਂ ਨੂੰ ਲੋੜ ਹੀ ਨਹੀਂ, ਕੱਢ ਦਿੰਦੇ ਆ। ਬਟ ਉਹ ਤਾਂ ਹੀ ਜ਼ਿਆਦਾ ਲੈਂਦੇ ਕਿਉਂਕਿ ਉਹਨਾਂ ਨੂੰ ਰਿਸਕ ਵੀ ਜ਼ਿਆਦਾ ਤਾਂ ਹੀ ਆ। ਸੋ ਜਿਹੜੇ ਘੱਟ ਪੇ ਕਰਦੇ, $50 ਦਾ ਵੀ ਕਵਰੇਜ ਆ ਜਾਂਦੀ ਆ, 500 ਦੀ ਵੀ ਕਵਰੇਜ ਆ ਜਾਂਦੀ ਹੈ। ਉਹ 50 ਵਾਲਾ ਕਹਿੰਦਾ ਚਲ ਠੀਕ ਹੈ, $50 ਹੈ, ਕੋਈ ਨਹੀਂ ਲੈ ਲੈਣਾ। ਪਰ ਜਿਹੜਾ 500 ਵਾਲਾ ਕਹਿੰਦਾ ਰਹਿਣ ਹੀ ਦੇਣਾ, ਰਾਈਟ। ਬਟ ਉਹਨਾਂ ਇੰਸ਼ੋਰੈਂਸ ਕੰਪਨੀਆਂ ਨੂੰ ਪਤਾ ਹੁੰਦਾ ਵੀ ਰਿਸਕ ਕਿਹਨੂੰ ਜ਼ਿਆਦਾ ਹੈ, ਕਿੱਥੇ ਜ਼ਿਆਦਾ ਆਉਣ ਦੇ ਚਾਂਸਸ ਆ। ਸੋ ਤਾਂ ਹੀ ਉਹਨਾਂ ਨੇ ਪ੍ਰਾਈਸਿਸ ਉਸ ਹਿਸਾਬ ਨਾਲ ਐਡਜਸਟ ਕੀਤੀਆਂ ਆ। ਸੋ ਪ੍ਰਾਈਸ 'ਤੇ ਨਾ ਜਾਓ, ਤੁਸੀਂ ਇਹ ਦੇਖੋ ਤੁਹਾਨੂੰ ਲੋੜ ਹੈ ਜਾਂ ਨਹੀਂ ਲੋੜ ਹੈ। ਇੱਕ ਵਾਰੀ ਕੰਟੈਕਟ ਨੰਬਰ ਸਾਡੇ ਦਰਸ਼ਕਾਂ ਨੂੰ ਦੱਸਿਓ। ਸੋ ਜੇ ਕੋਈ ਵੀ ਕੰਸਰਨ ਹੈਗਾ ਆ ਤੁਹਾਨੂੰ ਪਾਲਿਸੀ ਪੜ੍ਹਨੀ ਆ, ਤੁਸੀਂ ਅੰਡਰਸਟੈਂਡ ਕਰਨੀ ਆ, ਤੁਸੀਂ ਇੱਕ ਵਾਰੀ ਸਾਡੇ ਆਫਿਸ ਦੇ ਵਿੱਚ ਆਵੋ। ਸਾਡਾ ਆਫਿਸ ਐਵਰੀਡੇ 9 to 9 7 ਦਿਨ ਓਪਨ ਹੁੰਦਾ। ਤੁਸੀਂ ਸਾਨੂੰ ਕੰਟੈਕਟ ਕਰੋ 6045076666। ਥੈਂਕ ਯੂ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਦੋਸਤੋ, ਅਸੀਂ ਗੁਰਨੀਤ ਕੌਰ ਹੋਣਾ ਦੇ ਨਾਲ ਗੱਲਬਾਤ ਕੀਤੀ ਔਰ ਇਸ ਗੱਲ ਦਾ ਖਾਸ ਤੌਰ 'ਤੇ ਖਿਆਲ ਰੱਖਿਆ ਜਾਵੇ ਅਰਥਕੁਇਕ, ਅਤੇ ਖਾਸ ਕਰ ਜਦੋਂ ਤੁਸੀਂ ਇੱਥੋਂ 1-2 ਮਹੀਨੇ ਦੇ ਲਈ ਇੰਡੀਆ ਇਹਨਾਂ ਦਿਨਾਂ ਦੇ ਵਿੱਚ ਜਾ ਰਹੇ ਹੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।